हाँ जी, सत श्री अकाल दोस्तों, तुसीं देख रहे हो अपना यूट्यूब चैनल स्वैग पंजाबी। ਲਵਪ੍ਰੀਤ ਦੇ ਨਾਂ ਨੂੰ ਕੌਣ ਨਹੀਂ ਜਾਣਦਾ। ਅੱਜ ਦੁਨੀਆ ਭਰ ਦੇ ਵਿੱਚ ਲਵਪ੍ਰੀਤ ਦਾ ਨਾਂ ਉਸ ਦੁੱਖ, ਉਸ ਬੇਬਸੀ, ਉਸ ਪੀੜਾ ਦਾ ਇੱਕ ਸਿੰਬਲ ਬਣ ਚੁੱਕਾ ਕਿ ਜਿਸ ਨੌਜਵਾਨ ਨੇ ਘਰੋਂ ਲੱਖਾਂ ਰੁਪਏ ਵੀ ਗਵਾ ਲਏ ਔਰ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਆਪਣੀ ਜਾਨ ਨਹੀਂ ਗਵਾ ਬੈਠਾ। ਪਿੰਡ ਧੰਦੌਲਾ, ਜ਼ਿਲ੍ਹਾ ਬਰਨਾਲੇ ਦਾ ਲਵਪ੍ਰੀਤ ਸਿੰਘ ਲਾਡੀ ਸਿੱਧੂ, ਜਿਨੇ ਆਪਣੀ ਪਤਨੀ ਬੇਅੰਤ ਕੌਰ ਦੀ ਉਚੇਰੀ ਪੜ੍ਹਾਈ ਦੇ ਵਾਸਤੇ, ਵਿਦੇਸ਼ ਪੜ੍ਹਾਈ ਦੇ ਵਾਸਤੇ ਕਰੀਬ 30 ਲੱਖ ਰੁਪਇਆ ਆਪਣੀ ਜ਼ਮੀਨ ਤੇ ਜਿਹੜਾ ਕਰਜ਼ਾ ਲੈ ਕੇ, ਜ਼ਮੀਨ ਗਹਿਣੇ ਰੱਖ ਕੇ ਉਹਦੇ ਪੜ੍ਹਾਈ ਵਾਸਤੇ ਸਾਰਾ ਜੋ ਸਿਸਟਮ ਕੀਤਾ ਔਰ 3 ਸਾਲ ਹੋਣ ਦੇ ਬਾਅਦ ਵੀ ਉਹਦੀ ਪਤਨੀ ਨੇ ਕਿਸੇ ਵੀ ਤਰ੍ਹਾਂ ਉਹਨੂੰ ਬੁਲਾਉਣ ਜਾਂ ਉਹਨੂੰ ਕਿਸੇ ਵੀ ਤਰ੍ਹਾਂ ਹੌਸਲਾ ਨਹੀਂ ਦਿੱਤਾ ਕਿ ਮੈਂ ਤੈਨੂੰ ਬੁਲਾ ਲਵਾਂਗੀ ਜਾਂ ਆਪਾਂ ਸਾਰੀ ਜ਼ਿੰਦਗੀ ਇਕੱਠੇ ਬਿਤਾਉਣੀ ਹੈ। ਹਾਲਾਤ ਇਹ ਆ ਗਏ ਕਿ ਫੋਨ ਤੇ ਪੂਰੀ ਤਰ੍ਹਾਂ ਸੰਪਰਕ ਜਿਹੜਾ ਉਹਨੇ ਤੋੜ ਦਿੱਤਾ ਔਰ ਉਸ ਨਿਰਾਸ਼ਾ ਦੇ ਆਲਮ ਦੇ ਵਿੱਚ ਲਵਪ੍ਰੀਤ ਸਿੰਘ ਲਾਡੀ ਆਪਣੀ ਜਾਨ ਗਵਾ ਬੈਠਾ। 30 ਲੱਖ ਦੇ ਕਰੀਬ ਠੱਗੀ ਵੱਜੀ ਹੋਵੇ ਤੇ ਪੁਲਿਸ ਨੇ ਸਿਰਫ ਤੇ ਸਿਰਫ ਇੱਕ ਬੇਅੰਤ ਕੌਰ ਨੂੰ ਹੀ ਦੋਸ਼ੀ ਬਣਾਇਆ, ਬਾਕੀ ਸਾਰੇ ਪਰਿਵਾਰ ਨੂੰ ਉਹਨਾਂ ਨੇ ਬਾਹਰ ਕੱਢ ਦਿੱਤਾ। ਜਾਂ ਇਉਂ ਕਹਿ ਲਓ, ਪਰਿਵਾਰ ਨੂੰ ਇਹ ਭਰੋਸਾ ਦਿੱਤਾ ਕਿ ਜਲਦੀ ਹੀ ਅਸੀਂ ਇਨਕੁਆਇਰੀ ਕਰਕੇ ਹੋਰ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਾਂਚ ਦੇ ਵਿੱਚ ਸ਼ਾਮਲ ਕਰਕੇ ਜੋ ਬਣਦਾ ਪਰਚਾ ਉਹ ਵੀ ਉਹਨਾਂ ਤੇ ਕਰਾਂਗੇ। ਹੁਣ ਸਵਾਲ ਇੱਥੇ ਆਉਂਦਾ ਕਿ ਇਹੀ ਜੇ ਖੁਦਕੁਸ਼ੀ ਕਿਸੇ ਨੂੰਹ ਨੇ ਕੀਤੀ ਹੁੰਦੀ ਤਾਂ ਪੁਲਿਸ ਨੂੰ ਕੋਈ ਸੁਸਾਈਡ ਨੋਟ ਦੀ ਲੋੜ ਨਹੀਂ ਸੀ, ਪੁਲਿਸ ਨੂੰ ਕੋਈ ਗਵਾਹੀ ਦੀ ਲੋੜ ਨਹੀਂ ਸੀ। ਪੁਲਿਸ ਨੇ ਸਿਰਫ ਤੇ ਸਿਰਫ ਨੂੰਹ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਹੀ 304 ਵੀ ਡੋਰੀ ਡੈਥ, ਜੇ 7 ਸਾਲ ਵਿਆਹ ਨੂੰ ਹੋਏ ਹੁੰਦੇ ਜਾਂ ਇਸ ਤੋਂ ਵੱਧ ਹੋਏ ਹੁੰਦੇ ਤੇ 306 ਖੁਦਕੁਸ਼ੀ ਲਈ ਮਜਬੂਰ ਕਰਨ ਦਾ ਪਰਚਾ ਦਰਜ ਕਰ ਦੇਣਾ ਸੀ। ਪਰ ਹੁਣ ਮਰਨ ਵਾਲਾ ਇੱਕ ਆਦਮੀ ਹੈ, ਇੱਕ ਨੌਜਵਾਨ ਹੈ, ਇੱਕ ਪੁੱਤ ਹੈ, ਪਰ ਉਹਦੇ ਵਾਸਤੇ ਕੋਈ ਨਿਆਂ ਨਹੀਂ। ਅੱਜ ਇਹਨਾਂ ਹਾਲਾਤਾਂ ਦੇ ਵਿੱਚ ਆਦਮੀ ਦੇ ਵਾਸਤੇ ਇਨਸਾਫ ਦੀ ਜਿਹੜੀ ਹੈ ਆਸ ਬੜੀ ਦੂਰ ਨਜ਼ਰ ਆਉਂਦੀ ਹੈ। ਔਰ ਤਰਾਸਦੀ ਇਹ ਕਿ ਦੇਸ਼ ਦੇ ਵਿੱਚ ਔਰਤਾਂ ਵਾਸਤੇ ਕਮਿਸ਼ਨ, ਬੱਚਿਆਂ ਵਾਸਤੇ ਕਮਿਸ਼ਨ, ਵਾਤਾਵਰਨ ਦੀ ਰਾਖੀ ਵਾਸਤੇ ਕਮਿਸ਼ਨ, ਇੱਥੋਂ ਤੱਕ ਕਿ ਜਾਨਵਰਾਂ ਦੀ ਰਾਖੀ ਵਾਸਤੇ ਵੀ ਕਮਿਸ਼ਨ ਬਣਿਆ ਹੋਇਆ। ਪਰ ਦੁੱਖ ਦੀ ਗੱਲ ਕਿ ਦੇਸ਼ ਨੂੰ ਆਜ਼ਾਦ ਕਰਾਉਣ ਵਾਲਾ, ਆਜ਼ਾਦੀ ਨੂੰ ਬਰਕਰਾਰ ਰੱਖਣ ਵਾਲਾ ਆਦਮੀ, ਜਿਹਨੇ ਦੇਸ਼ ਦੀ ਆਜ਼ਾਦੀ ਖਾਤਰ ਲੱਖਾਂ ਕੁਰਬਾਨੀਆਂ ਕੀਤੀਆਂ ਔਰ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਵਾਸਤੇ ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ, ਅੱਜ ਉਸ ਆਦਮੀ ਦੀ ਰਾਖੀ ਵਾਸਤੇ ਜਾਂ ਉਹਦੀ ਭਲਾਈ ਦੇ ਵਾਸਤੇ ਕੋਈ ਕਮਿਸ਼ਨ ਨਹੀਂ। ਹੁਣ ਸਵਾਲ ਇਹ ਹੈ ਕਿ ਆਦਮੀ ਨਾਲ ਧੱਕਾ ਨਹੀਂ ਹੁੰਦਾ ਜਾਂ ਉਹਨੂੰ ਟੌਰਚਰ ਨਹੀਂ ਕੀਤਾ ਜਾਂਦਾ। ਅੱਜ ਇੰਨੇ ਇੱਕ ਤਰਫਾ ਕਾਨੂੰਨ ਬਣ ਚੁੱਕੇ ਦੇਸ਼ ਦੇ ਵਿੱਚ। ਪਹਿਲਾਂ ਦਾਜ ਦਹੇਜ 498A ਦਾ ਕਾਨੂੰਨ ਕਿ ਜਿਹ ਤੇ ਮਰਜ਼ੀ ਦੋਸ਼ ਲਾ ਦਿਓ ਬਈ ਦਾਜ ਲਈ ਤੰਗ ਕਰਦੇ, ਸੱਸ ਵੀ ਤੰਗ ਕਰਦੀ, ਸਹੁਰਾ ਵੀ ਤੰਗ ਕਰਦਾ, ਨਨਾਣ, ਜੇਠ, ਜਠਾਣੀਆਂ ਸਾਰੇ ਹੀ ਤੰਗ ਕਰਦੇ ਆ। ਔਰ ਇਸ ਕਾਨੂੰਨ ਦੀ ਦੁਰਵਰਤੋਂ ਨੇ ਅੱਜ ਦੇਸ਼ ਵਿੱਚ ਹਾਹਾਕਾਰ ਮਚਾਈ ਹੋਈ ਹੈ। ਬਹੁਤ ਸਾਰੇ ਇਦਾਂ ਦੇ ਵੀ ਕੇਸ ਹੈ ਜਿੱਥੇ ਨੌਜਵਾਨਾਂ ਨੇ 30-30, 40-40 ਲੱਖ ਰੁਪਏ ਘਰ ਤੋਂ ਖਰਚ ਕੀਤੇ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਆਪਣੀ ਵਾਈਫ ਨੂੰ ਪੜ੍ਹਾਈ ਦੇ ਵਾਸਤੇ। ਔਰ ਜਦੋਂ ਉਹ ਪੇਪਰਾਂ ਦੀ ਗੱਲ ਕਰਦੇ ਆ, ਕੋਈ ਹੋਰ ਗੱਲ ਕਰਦੇ ਆ, ਤਾਂ ਦਾਜ ਦਹੇਜ ਦੇ ਪਰਚੇ ਉੱਥੋਂ ਕੈਨੇਡਾ ਬੈਠੀ ਬਹੂ ਇੱਕ ਈਮੇਲ ਕਰਦੀ ਆ, ਚਾਹੇ NRI ਵਿਭਾਗ ਨੂੰ, ਚਾਹੇ ਪੰਜਾਬ ਦੇ DGP ਸਾਹਿਬ ਨੂੰ ਜਾਂ ਹੋਰ ਜਿਹੜੀਆਂ ਅਥਾਰਟੀਆਂ ਬਣੀਆਂ, ਉਹ ਮੇਲ ਦੇ ਉੱਤੇ ਹੀ ਇੱਕ ਫਰਜ਼ੀ ਇਨਕੁਆਇਰੀਆਂ ਕਰਕੇ ਮੁੰਡੇ ਦੇ ਪਰਿਵਾਰ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ। ਔਰ ਉਹ ਪਰਚਾ ਐਸਾ ਕੀਤਾ ਜਾਂਦਾ ਕਿ ਜਿਸ ਪਰਿਵਾਰ ਨੇ 30, 40, 50 ਲੱਖ ਰੁਪਇਆ ਵੀ ਗਵਾਇਆ ਹੁੰਦਾ ਉਹ ਵੀ ਰੁਲਦਾ, ਉਹਨਾਂ ਤੇ ਪਰਚੇ ਵੀ ਹੁੰਦੇ, ਜ਼ਮਾਨਤਾਂ ਲਈ ਵੀ ਉਹ ਇੱਧਰ ਉੱਧਰ ਭਟਕਦੇ ਫਿਰਦੇ ਆ। ਮੁੰਡਾ ਤਾਂ ਉਹਨਾਂ ਦਾ ਪੁੱਤ ਬਾਹਰ ਜਾਣਾ ਤਾਂ ਦੂਰ ਦੀ ਗੱਲ, ਪੁੱਤ ਦੀ ਜਾਨ ਬਚਾਉਣ ਦੇ ਲਾਲੇ ਪੈ ਜਾਂਦੇ ਆ। ਮਾਪਿਆਂ ਨੂੰ ਜੇਲ੍ਹ ਤੋਂ ਬਚਾਉਣ ਦੀ ਚਿੰਤਾ ਹੋ ਜਾਂਦੀ ਵੀ ਇਹਨਾਂ ਬੁੱਢੇ ਮਾਪਿਆਂ ਨੂੰ ਜੇਲ੍ਹ ਜਾਣ ਤੋਂ ਕਿਵੇਂ ਬਚਾਈਏ। ਉਹਦੀਆਂ ਭੈਣਾਂ, ਉਹਦੇ ਭਰਾਵਾਂ, ਉਹਦੀਆਂ ਹੋਰ ਰਿਸ਼ਤੇਦਾਰ ਜਿਹੜੇ ਉਸ ਪਰਿਵਾਰ ਦੇ ਆ, ਚਾਹੇ ਦਾਦੀ ਚਾਹੇ ਨਾਨੀ ਆ, ਉਹਨਾਂ ਨੂੰ ਵੀ 498 ਦੇ ਇਸ ਮਾਰੂ ਕਾਨੂੰਨ ਦੇ ਵਿੱਚ ਲੈ ਆਂਦਾ। ਉਸ ਤੋਂ ਬਾਅਦ ਆ ਛੇੜਖਾਨੀ ਦੇ ਤੇ ਰੇਪ ਦੇ ਕਾਨੂੰਨ ਕਿੰਨਾ ਮਿਸਯੂਜ਼ ਹੋ ਰਿਹਾ। ਔਰ ਇਹ ਦੇਸ਼
ਇਦਾਂ ਦਾ ਬਣ ਚੁੱਕਾ। ਅੱਜ ਜਿੱਥੇ ਅਸੀਂ ਕੈਂਡਲ ਮਾਰਚ ਕਰ ਰਹੇ ਹਾਂ, ਇੱਥੇ IAS ਤੇ IPS ਵੀ ਇਸ ਦੇਸ਼ ਦੇ ਵਿੱਚ ਸੁਸਾਈਡ ਕਰ ਰਹੇ ਆ। ਔਰ ਇਹਨਾਂ ਹਾਲਾਤਾਂ ਦੇ ਵਿੱਚ ਨਿਆਂ ਦੀ ਆਸ ਆਦਮੀ ਵਾਸਤੇ, ਪੁਰਸ਼ ਵਾਸਤੇ ਰੱਖਣੀ ਹੈ, ਉਹ ਜਿਹੜੀ ਬੜੀ ਬੇਮਾਇਨੇ ਹੋ ਚੁੱਕੀ ਹੈ। ਸੋ ਇਹਨਾਂ ਹਾਲਾਤਾਂ ਵਿੱਚ ਨੈਸ਼ਨਲ ਤੇ ਸਟੇਟ ਕਮਿਸ਼ਨ ਫॉर ਵੂਮਨ ਬਣਨਾ ਚਾਹੀਦਾ। ਔਰ ਸਾਡਾ ਇਹ ਵੀ ਮੰਨਣਾ, ਜੇ ਇਹ ਕਮਿਸ਼ਨ ਇੱਥੇ ਬਣਿਆ ਹੁੰਦਾ ਸਟੇਟ ਲੈਵਲ ਤੇ ਰਾਸ਼ਟਰੀ ਪੱਧਰ ਤੇ ਨੈਸ਼ਨਲ ਕਮਿਸ਼ਨ ਫॉर ਮੈਨ ਬਣਿਆ ਹੁੰਦਾ, ਤਾਂ ਸ਼ਾਇਦ ਇਸ ਮਾਸੂਮ ਨੌਜਵਾਨ ਨੂੰ ਆਪਣੀ ਜਾਨ ਨਾ ਗਵਾਉਣੀ ਪੈਂਦੀ। ਉਹ ਵੀ ਆਪਣੀ ਦਰਖਾਸਤ ਇਸ ਕਮਿਸ਼ਨ ਦੇ ਚੇਅਰਮੈਨ ਤੱਕ, ਜਿੱਦਾਂ ਮਹਿਲਾ ਕਮਿਸ਼ਨ ਦੇ ਚੇਅਰਮੈਨ ਮੈਡਮ ਮਨੀਸ਼ਾ ਗੁਲਾਟੀ ਜੀ ਹੈ, ਇਦਾਂ ਹੀ ਮੈਨ ਕਮਿਸ਼ਨ ਹੁੰਦਾ ਤੇ ਉਹਦਾ ਵੀ ਕੋਈ ਚੇਅਰਮੈਨ ਹੁੰਦਾ, ਉਹਦੇ ਤੱਕ ਆਪਣੀ ਦਰਖਾਸਤ ਦਿੱਤੀ ਜਾਂਦੀ ਤੇ ਸ਼ਾਇਦ ਕੋਈ ਨਾ ਕੋਈ ਸੁਣਵਾਈ ਹੁੰਦੀ, ਕੋਈ ਨਿਆਂ ਦੀ ਆਸ ਹੁੰਦੀ। ਹੁਣ ਸਵਾਲ ਇਹ ਹੈ ਕਿ ਆਦਮੀ ਵਾਸਤੇ ਕੋਈ ਐਸਾ ਫਰੰਟ ਹੀ ਨਹੀਂ, ਆਦਮੀ ਵਾਸਤੇ ਕੋਈ ਐਸੀ ਮਿਨਿਸਟਰੀ, ਕੋਈ ਐਸਾ ਆਯੋਗ ਨਹੀਂ ਕਿ ਜਿੱਥੇ ਉਹ ਆਪਣੇ ਨਿਆਂ ਦੀ ਗੱਲ ਕਰ ਸਕੇ। ਔਰ ਜਦੋਂ ਉਹਨੂੰ ਨਜ਼ਰ ਆਉਂਦਾ ਕਿ ਮੈਨੂੰ ਕੋਈ ਨਿਆਂ ਨਹੀਂ ਮਿਲਣਾ, ਮੇਰੇ ਨਾਲ ਧੱਕਾ ਹੋ ਜਾਣਾ, ਮੇਰੇ ਪਰਿਵਾਰ ਨਾਲ ਧੱਕਾ ਹੋ ਜਾਣਾ, ਤੇ ਸਵਾਏ ਸੁਸਾਈਡ ਦੇ ਉਹਨੂੰ ਕੋਈ ਨਜ਼ਰ ਨਹੀਂ ਆਉਂਦਾ। ਹੁਣ ਅੱਜ ਦਾ ਇਹ ਕੈਂਡਲ ਮਾਰਚ ਜਿੱਥੇ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਦੀ ਮੰਗ ਕਰਦੇ ਆ, ਉੱਥੇ ਉਹਦੀ ਆਤਮਿਕ ਸ਼ਾਂਤੀ ਦੀ ਗੱਲ ਕਰਦੇ ਆ। ਔਰ ਨਾਲ ਦੀ ਨਾਲ ਲਵਪ੍ਰੀਤ ਵਰਗੇ ਹਜ਼ਾਰਾਂ ਜਿਹੜੇ ਨੌਜਵਾਨ, ਜਿਹੜੇ ਅੱਜ ਕਰੋੜਾਂ ਰੁਪਈਏ, ਜੇ ਘੱਟੋ ਘੱਟ 15 ਤੋਂ 20 ਹਜ਼ਾਰ ਨੌਜਵਾਨ ਵੀ ਆ, ਤਾਂ ਉਹ ਕਰੋੜਾਂ ਰੁਪਈਏ, ਅਰਬਾਂ ਰੁਪਈਏ ਬਣਦੇ ਆ, ਜਿਹੜੇ ਵਿਦੇਸ਼ੀ ਠੱਗ ਲਾੜੀਆਂ ਲੈ ਕੇ ਚਲੇ ਗਈਆਂ। ਔਰ ਉਸ ਤੋਂ ਬਾਅਦ ਕੋਈ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਔਰ ਉਹ ਮੁੰਡੇ ਭਟਕਦੇ ਫਿਰਦੇ ਆ ਕਿ ਸਾਡੀ ਕੋਈ ਸੁਣਵਾਈ ਹੋਵੇ, ਪਰ ਕੋਈ ਸੁਣਵਾਈ ਕਰਨ ਵਾਲੀ ਅਥਾਰਟੀ ਨਹੀਂ, ਕੋਈ ਉਹਨਾਂ ਦੀ ਗੱਲ ਨਹੀਂ ਸੁਣ ਲਿਆ। ਸੋ ਇਹਨਾਂ ਹਾਲਾਤਾਂ 'ਚ ਕਿਸੇ ਵੀ ਮਜਬੂਰ, ਲਾਚਾਰ ਤੇ ਬੇਬਸ ਨੌਜਵਾਨ ਦੇ ਕੋਲ ਖੁਦਕੁਸ਼ੀ ਰਹਿ ਜਾਂਦੀ ਹੈ, ਭਾਵੇਂ ਕਿ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ। ਇੱਥੇ ਬਹੁਤ ਸਾਰੇ ਐਸੇ ਵੀ ਨੌਜਵਾਨ ਆਏ ਆ ਬਿਲਕੁਲ ਮੇਰੇ ਨਾਲ ਹੀ ਖੜੇ ਆ, ਇਹਨਾਂ ਨੇ ਵੀ ਆਸਟ੍ਰੇਲੀਆ, ਕੈਨੇਡਾ ਦੇ ਵਾਸਤੇ 35 40 ਲੱਖ ਰੁਪਇਆ ਲਾਇਆ। ਔਰ ਕਈ ਸਾਲ ਹੋ ਗਏ ਉਡੀਕਦਿਆਂ ਨੂੰ, ਪਰ ਉਹ ਉੱਥੇ ਜਾ ਕੇ ਫੋਨ ਬੰਦ ਕਰ ਦਿੱਤੇ ਜਾਂਦੇ, ਬਲੌਕ ਲਿਸਟ ਵਿੱਚ ਪਾ ਦਿੱਤਾ ਜਾਂਦਾ। ਔਰ ਉਲਟਾ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਜੇ ਦੁਬਾਰਾ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਅਮਰੀਕਾ ਜਾਂ ਇੰਗਲੈਂਡ ਆਉਣ ਦੀ ਗੱਲ ਕੀਤੀ ਤਾਂ ਤੇਰੇ ਪਰਿਵਾਰ ਦੇ ਉੱਤੇ ਦਾਜ ਦਾ ਝੂਠਾ ਪਰਚਾ ਕਰਵਾ ਦੇਵਾਂਗੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਰਿਸ਼ਤਿਆਂ ਦਾ ਤਾਣਾ ਬਾਣਾ ਬੜਾ ਕਮਜ਼ੋਰ ਹੋ ਗਿਆ ਔਰ ਐਸਾ ਇੱਕ ਧੰਦਾ ਬਣ ਗਿਆ ਬਹੁਤ ਸਾਰੇ ਪਰਿਵਾਰਾਂ ਵਾਸਤੇ। ਮੈਂ ਇਹ ਨਹੀਂ ਕਹਿੰਦਾ ਹਰ ਲੜਕੀ ਮਾੜੀ ਹੁੰਦੀ ਹੈ, ਬਹੁਤ ਸਾਰੀਆਂ ਔਰਤਾਂ, ਬਹੁਤ ਸਾਰੀਆਂ ਲੜਕੀਆਂ ਬੜੀਆਂ ਸਤਿਕਾਰਯੋਗ ਹੈ, ਬੜੀਆਂ ਸੰਸਕਾਰੀ ਆ, ਪਰਿਵਾਰਕ ਮਰਿਆਦਾ 'ਚ ਰਹਿਣ ਵਾਲੀਆਂ। ਸਾਡੀ ਲੜਾਈ ਸਿਰਫ ਉਹਨਾਂ ਦੁਸ਼ਟ ਔਰਤਾਂ ਨਾਲ ਹੈ ਜਿਹੜੀਆਂ ਕਾਨੂੰਨ ਦੀ ਮਰਿਆਦਾ ਨੂੰ ਛਿੱਕੇ ਟੰਗ ਕੇ, ਕਾਨੂੰਨ ਨੂੰ ਜ਼ੀਰੋ ਸਮਝ ਕੇ ਔਰ ਇਹ ਸੋਚਦੀਆਂ ਵੀ ਸਾਡਾ ਕੋਈ ਕਾਨੂੰਨ ਕੁਛ ਨਹੀਂ ਵਿਗਾੜ ਸਕਦਾ, ਉਹ ਮਨ ਆਈਆਂ ਕਰਦੀਆਂ ਔਰ ਮੁੰਡਿਆਂ ਨੂੰ ਮਰਨ ਵਾਸਤੇ ਮਜਬੂਰ ਕਰਦੀਆਂ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਆਦਮੀ ਨੂੰ ਨਿਆਂ ਮਿਲੇ ਤੇ ਮਿਲੇ ਕਿੱਥੇ? ਇਹਨਾਂ 'ਚ ਬਹੁਤ ਸਾਰੇ ਐਸੇ ਪਰਿਵਾਰ ਹੈ, ਜ਼ਰੂਰੀ ਨਹੀਂ ਕਿ ਇਕੱਲਾ ਕੈਨੇਡਾ, ਅਮਰੀਕਾ ਜਾਂ ਹੋਰ ਦੇਸ਼ ਜਿਹੜੇ ਹੈ ਕਿ ਬਾਹਰ ਗਈਆਂ ਠੱਗ ਲਾੜੀਆਂ ਤੋਂ ਪਰੇਸ਼ਾਨ ਹੈ। ਬਹੁਤ ਸਾਰੇ ਐਸੇ ਪਰਿਵਾਰ ਹੈ ਜਿਹੜੇ ਅੱਜ ਆਪਣੀਆਂ ਨੂੰਹਾਂ ਤੋਂ ਬਹੁਤ ਪਰੇਸ਼ਾਨ ਹੈ। ਨੂੰਹਾਂ ਘਰ ਵਿੱਚ ਪੂਰੀ ਗੁੰਡਾਗਰਦੀ ਕਰਦੀਆਂ, ਪੂਰੀ ਬਦਮਾਸ਼ੀ ਕਰਦੀਆਂ ਔਰ ਉਹਨਾਂ ਦੇ ਮਾਪੇ ਜਦੋਂ ਆ ਕੇ ਮਿਲਦੇ ਆ, ਜਦੋਂ ਦੁਹਾਈ ਦਿੰਦੇ ਆ, ਜਦੋਂ ਰੋਂਦੇ ਆ। ਇੱਥੇ ਬਹੁਤ ਸਾਰੇ ਬਜ਼ੁਰਗ ਐਸੇ ਵੀ ਆਏ ਆ, ਬੇਸ਼ੱਕ ਮੈਂ ਸਾਹਮਣੇ ਉਹਨਾਂ ਨੂੰ ਬਾਈ ਨੇਮ ਤਾਂ ਨਹੀਂ ਲੈ ਕੇ ਜਾਵਾਂਗਾ, ਪਰ ਉਹ ਆਪਣੇ ਘਰ ਦੀ ਜਿਹੜੀ ਕਹਾਣੀ ਦੱਸਦੇ ਆ ਵੀ ਜਦੋਂ ਮੇਰਾ ਪੁੱਤ ਸਵੇਰੇ ਕੰਮ ਤੇ ਜਾਂਦਾ, ਮੈਂ ਘਰੋਂ ਤਿਆਰ ਹੋ ਕੇ ਨਿਕਲ ਜਾਂਦਾ ਤੇ ਰਾਤ ਨੂੰ ਘਰ ਪਹੁੰਚਦਾ ਇਸ ਕਰਕੇ ਇਕੱਲਾ ਘਰੇ ਨਹੀਂ ਜਾਂਦਾ ਕਿ ਮੇਰੀ ਨੂੰਹ ਮੇਰੇ ਉੱਤੇ ਕੋਈ ਛੇੜਖਾਨੀ ਦਾ, ਮੇਰੇ ਕੱਪੜੇ ਪਾੜਨ ਦਾ, ਰੇਪ ਕਰਨ ਦਾ ਇਲਜ਼ਾਮ ਨਾ ਲਾ ਦੇਵੇ। ਸੋ ਇਹਨਾਂ ਹਾਲਾਤਾਂ 'ਚ ਬਜ਼ੁਰਗਾਂ ਦੀ ਜ਼ਿੰਦਗੀ ਕਿੱਥੇ ਖੜੀ ਆ? ਉਹ ਬਜ਼ੁਰਗ ਅੱਜ ਤਿਸਕਾਰ ਦਾ ਪਾਤਰ ਬਣ ਗਏ ਆ, ਜਲਾਲਤ ਦਾ ਪਾਤਰ ਬਣ ਗਏ ਆ, ਜਿਨ੍ਹਾਂ ਬਜ਼ੁਰਗਾਂ ਨੇ ਮਿਹਨਤਾਂ ਕਰਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ, ਆਪਣੇ ਬੱਚਿਆਂ ਨੂੰ ਜਵਾਨ ਕੀਤਾ ਔਰ ਬੱਚਿਆਂ ਨੂੰ ਜਵਾਨ ਕਰਕੇ, ਸੈੱਟ ਕਰਕੇ, ਨੌਕਰੀ ਬਰਸਰੇ ਰੁਜ਼ਗਾਰ ਕਰਕੇ ਇੱਕ ਬਗਾਨੀ ਕੁੜੀ ਦੇ ਨਾਲ ਰਿਸ਼ਤਾ ਜੋੜ ਦਿੱਤਾ, ਇਹ ਸੋਚ ਕੇ ਕਿ ਇਹ ਸਾਡੀ ਨੂੰਹ ਨਹੀਂ, ਸਾਡੀ ਧੀ ਬਣੇਗੀ। ਪਰ ਧੀ ਤਾਂ ਬਣਨਾ ਦੂਰ ਦੀ ਗੱਲ, ਬਹੁਤ ਸਾਰੀਆਂ ਅੱਜ ਨੂੰਹਾਂ ਵੀ ਨਹੀਂ ਬਣਦੀਆਂ, ਬਲਕਿ ਉਹਨਾਂ ਦੇ ਪਰਿਵਾਰ ਦਾ ਕਾਲ ਬਣ ਜਾਂਦੀਆਂ, ਮੌਤ ਬਣ ਜਾਂਦੀਆਂ। ਹੁਣ ਉਸ ਵਿਚਾਰੇ ਲਵਦੀਪ ਨੂੰ ਇਹ ਨਹੀਂ ਸੀ ਪਤਾ ਕਿ ਮੈਂ ਆਪਣੀ ਲਾਈਫ ਪਾਰਟਨਰ ਜਾਂ ਲਾੜੀ ਨਹੀਂ, ਮੈਂ ਮੌਤ ਨੂੰ ਵਿਆਹ ਕੇ ਲਿਆ ਰਿਹਾ ਤੇ ਉਸ ਮੌਤ ਨੇ ਉਸ ਮਾਸੂਮ ਬੱਚੇ ਨੂੰ ਸਿਵਿਆਂ ਦੇ ਰਾਹ ਤੋਰ ਦਿੱਤਾ। ਅੱਜ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ, ਉੱਥੇ ਆਪਾਂ ਸਮਝ ਸਕਦੇ ਹਾਂ ਕਿ ਜੇ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਜਿਵੇਂ ਪਹਿਲਾਂ ਵੀ ਘਰ ਘਰ ਸੇਵੇ ਬਣ ਰਹੇ, ਪਹਿਲਾਂ ਤਾਂ ਇਹ ਹੋ ਰਿਹਾ ਕਿ ਨੂੰਹਾਂ ਤੋਂ ਤੰਗ ਆ, ਸੱਸ ਸਹੁਰੇ ਜਾਂ ਮੁੰਡੇ ਪਰੇਸ਼ਾਨ ਹੈ, ਉਹ ਸੁਸਾਈਡ ਕਰ ਰਹੇ ਆ, ਪਰ ਹੁਣ ਇੱਕ ਹੋਰ
ਦੌਰ ਚੱਲ ਪਵੇਗਾ ਕਿ ਜਿਨ੍ਹਾਂ ਲੋਕਾਂ ਨੇ ਘਰ ਘੜ ਵੇਚ ਕੇ ਕਰਜ਼ੇ ਚੁੱਕ ਕੇ ਜ਼ਮੀਨਾਂ ਗਹਿਣੇ ਪਾ ਕੇ ਕੋਈ 20 ਲੱਖ ਕੋਈ 30 ਲੱਖ ਕੋਈ 40 ਲੱਖ ਰੁਪਇਆ ਜਿਹੜਾ ਕਰਜ਼ਾ ਚੁੱਕ ਕੇ ਆਪਣੀ ਬਹੂ ਨੂੰ ਬਾਹਰ ਭੇਜਿਆ ਕਿ ਘਰ ਦੀ ਜ਼ਿੰਦਗੀ ਸਵਾਰਾਂਗੇ, ਇਕੱਠੇ ਹੋ ਕੇ ਮਿਹਨਤ ਕਰਾਂਗੇ, ਅੱਗੇ ਵਧਾਂਗੇ। ਪਰ ਉਹ ਬਹੁਤ ਸਾਰੀਆਂ ਨੂੰਹਾਂ ਨੇ ਔਰ ਬਹੁਤ ਸਾਰੀਆਂ ਚੰਗੀਆਂ ਵੀ ਆ ਜਿਨ੍ਹਾਂ ਨੇ ਉਸ ਮਰਿਆਦਾ ਨੂੰ ਕਾਇਮ ਰੱਖਿਆ ਜੋ ਉਹਨਾਂ ਦੇ ਪਤੀ ਉਹਨਾਂ ਦੇ ਨਾਲ ਰਹਿ ਰਹੇ ਆ। ਜੇ ਨਾ ਰਹਿ ਰਹੇ ਆ ਤੇ ਉਹਨਾਂ ਨੂੰ ਹਰ ਕੋਈ ਚੰਗਾ ਕਹੇਗਾ। ਅੱਜ ਲੜਾਈ ਉਹਨਾਂ ਨਾਲ ਹੈ ਜਿਹੜੀਆਂ ਮਾੜੀਆਂ, ਜਿਹੜੀਆਂ ਲੁੱਟ ਖਸੁੱਟ ਦਾ ਜਿਨ੍ਹਾਂ ਨੇ ਰਾਹ ਬਣਾ ਦਿੱਤਾ, ਲੁੱਟ ਖਸੁੱਟ ਦਾ ਧੰਦਾ ਬਣਾ ਦਿੱਤਾ ਕਿ ਕੈਨੇਡਾ ਜਾਣ ਲਈ ਮੇਰੀ 20-25 ਲੱਖ ਫੀਸ ਭਰ ਦਿਓ, ਉਸ ਤੋਂ ਬਾਅਦ ਮੈਂ ਜਾ ਕੇ ਸੋਚਾਂਗੀ ਤੁਹਾਨੂੰ ਬੁਲਾਉਣਾ ਕਿ ਨਹੀਂ ਬੁਲਾਉਣਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਪਰਿਵਾਰਕ ਤਾਣਾ ਬਾਣਾ ਬਹੁਤ ਕਮਜ਼ੋਰ ਹੋ ਗਿਆ। ਬਹੁਤ ਸਾਰੇ ਨੌਜਵਾਨ ਉਹ ਵੀ ਅੱਜ ਇਸ ਇਕੱਠ ਵਿੱਚ ਆਏ ਆ ਔਰ ਮੈਂ ਅੱਜ ਇਸ ਲਾਈਵ ਵੀਡੀਓ ਦੇ ਰਾਹੀਂ ਅੱਜ ਕੈਂਡਲ ਮਾਰਚ ਸੰਕੇਤਕ ਤੌਰ ਤੇ ਕਰਨ ਦਾ ਕਾਰਨ ਕਿ ਜਲੰਧਰ ਦੇ ਕੁਛ ਇੱਕ ਨੌਜਵਾਨਾਂ ਨੂੰ ਸਾਥੀਆਂ ਨੂੰ ਬੁਲਾਇਆ ਕਿ ਪੁਲਿਸ ਪ੍ਰਸ਼ਾਸਨ ਦੇ ਧਿਆਨ 'ਚ ਗੱਲ ਜ਼ਰੂਰ ਲਿਆਈਏ। ਜਲੰਧਰ ਦੇ ਪੁਲਿਸ ਅਫਸਰਾਂ ਦੇ ਕੋਲ ਬਹੁਤ ਸਾਰੇ ਨੌਜਵਾਨਾਂ ਦੇ ਕੇਸ ਅਜੇ ਵੀ ਪੈਂਡਿੰਗ ਪਏ ਆ। ਕੀ ਇਹਨਾਂ ਨੂੰ ਉਦੋਂ ਤੁਸੀਂ ਸੱਚ ਮੰਨੋਗੇ ਜਦੋਂ ਇਹ ਨੌਜਵਾਨ ਵੀ ਆਪਣੀਆਂ ਜਾਨਾਂ ਗਵਾ ਲੈਣਗੇ? ਕੋਈ ਸਰਫਾਸ ਖਾਏਗਾ, ਕੋਈ ਖੁਦਕੁਸ਼ੀ ਕਰੇਗਾ ਜਾਂ ਆਪਣੀ ਆਪ ਨੂੰ ਖਤਮ ਕਰੇਗਾ। ਸੋ ਨਿਆਂ ਤਾਂ ਉਹ ਹੈ ਜਿਹੜਾ ਇਹਨਾਂ ਨੂੰ ਜਿਉਂਦਿਆਂ ਜੀ ਮਿਲ ਜਾਵੇ। ਇੱਕ ਤਾਂ ਇਹਨਾਂ ਦੇ ਘਰੋਂ ਲੱਖਾਂ ਰੁਪਏ ਚਲੇ ਗਏ, ਇਹਨਾਂ ਦੇ ਘਰਾਂ ਦੀ ਬਰਬਾਦੀ ਹੋ ਗਈ ਔਰ ਉਸ ਤੋਂ ਬਾਅਦ ਕੋਈ ਇਹਨਾਂ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ। ਸੋ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਪੁਲਿਸ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਹਨਾਂ ਨੌਜਵਾਨਾਂ ਨੂੰ ਇਨਸਾਫ ਦੀ ਗੱਲ ਕਰੀਏ। ਆ ਜਿਹੜੇ ਸਾਹਮਣੇ ਦੇਖ ਰਹੇ ਨੌਜਵਾਨ, ਇਹਨਾਂ ਦੇ ਕੇਸ ਵੀ ਇਸੇ ਤਰ੍ਹਾਂ ਪੈਂਡਿੰਗ ਪਏ ਆ, ਜਲੰਧਰ ਜ਼ਿਲ੍ਹੇ ਨਾਲ ਹੀ ਸੰਬੰਧਿਤ ਹੈ ਔਰ 25-30 40-40 ਲੱਖ ਰੁਪਇਆ ਲਾ ਲਿਆ ਇਹਨਾਂ ਨੇ, ਪਰ ਕੋਈ ਇਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਸੋ ਮੈਂ ਮਾਨਯੋਗ ਸੀਪੀ ਸਾਹਿਬ ਜਲੰਧਰ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਦਾਂ ਦੇ ਕੇਸ ਬਹੁਤ ਸਾਰੇ ਤੁਹਾਡੇ ਮਤਹਿਤ ਜਿਹੜੇ ਅਫਸਰ ਆ ਉਹਨਾਂ ਦੇ ਕੋਲ ਪੈਂਡਿੰਗ ਪਏ ਆ। ਉਹਨਾਂ ਕੇਸਾਂ ਦੀ ਨਿਰਪੱਖ ਇਨਕੁਆਇਰੀ ਕਰਾ ਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਕਾਨੂੰਨ ਦੇ ਦਾਇਰੇ 'ਚ ਲਿਆਂਦਾ ਜਾਵੇ, ਜੋ ਬਣਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ। ਜਲਦੀ ਹੀ ਲਵਪ੍ਰੀਤ ਦੇ ਪਰਿਵਾਰ ਨੂੰ ਵੀ ਅਸੀਂ ਇੱਥੇ ਜਲੰਧਰ ਵਿੱਚ ਪੰਜਾਬ ਪ੍ਰੈਸ ਕਲੱਬ ਵਿੱਚ ਲਿਆ ਕੇ ਮੀਡੀਆ ਦੇ ਰਾਹੀਂ ਉਹਨਾਂ ਦਾ ਪੱਖ ਸਾਹਮਣੇ ਰੱਖਾਂਗੇ, ਕਿਉਂਕਿ ਅੱਜ ਜਿਹੜੇ ਹਾਲਾਤ ਉਹਨਾਂ ਦੇ ਬਣ ਗਏ ਆ, ਘਰ ਸੁਨਸਾਨ ਹੋ ਗਿਆ, ਇਕੱਲਾ ਇਕਲੌਤਾ ਪੁੱਤ ਦੁਨੀਆ ਤੋਂ ਚਲਾ ਗਿਆ, ਜ਼ਮੀਨ ਸਾਰੀ ਗਹਿਣੇ ਪੈ ਗਈ ਔਰ ਉਸ ਘਰ ਦਾ ਪੂਰੀ ਤਰ੍ਹਾਂ ਇੱਕ ਤਰ੍ਹਾਂ ਕਹਿ ਸਕਦੇ ਆ ਬਰਬਾਦੀ ਹੋ ਗਈ ਉਸ ਘਰ ਦੀ। ਤੇ ਸਵਾਏ ਰੋਣ ਧੋਣ ਦੇ, ਸਵਾਏ ਫਰਿਆਦ ਕਰਨ ਦੇ ਉਹਨਾਂ ਦੇ ਕੋਲ ਕੋਈ ਹੋਰ ਰਸਤਾ ਨਹੀਂ ਰਹਿ ਗਿਆ। ਔਰ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਜਿਹੜੇ ਲਾਈਵ ਵੀਡੀਓ ਦੇਖ ਰਹੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਲੜਾਈ ਇਹ ਇਕੱਲੇ ਲਵਪ੍ਰੀਤ ਨਹੀਂ, ਲੜਾਈ ਸਮਾਜ ਦੇ ਵਿੱਚ ਬਣੇ ਇੱਕ ਤਰਫਾ ਕਾਨੂੰਨਾਂ ਦੇ ਅੱਤਵਾਦੀ। ਇਹ 498 ਜਿਵੇਂ ਗੱਲ ਆ ਰਿਹਾ ਸੀ ਦੇਸ਼ ਕਾਨੂੰਨ, ਮਾਨਯੋਗ ਸੁਪਰੀਮ ਕੋਰਟ ਨੂੰ ਆਉਣ ਦਾ ਰਿਕਾਰਡ 2 ਵਾਰ ਕਾਨੂੰਨੀ ਅੱਤਵਾਦ ਲੀਗਲ ਟੈਰਰਿਜ਼ਮ ਦਾ ਦਰਜਾ ਦੇ ਚੁੱਕੀ ਹੈ। ਉਹਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ, ਇਸ ਕਾਨੂੰਨ ਵਿੱਚ ਕੋਈ ਸੋਧ ਨਹੀਂ ਹੋ ਰਹੀ। ਔਰ ਮੈਂ ਸਮਝਦਾ ਕਿ ਜਿੰਨਾ ਚਿਰ ਇਸ ਕਾਨੂੰਨ ਵਿੱਚ ਸੋਧ ਨਹੀਂ ਹੁੰਦੀ, ਕਾਨੂੰਨ ਕੱਲਾ ਨੂੰਹ ਪੱਖੀ ਨਾ ਬਣਾਏ ਜਾਣ, ਕਾਨੂੰਨ ਪਰਿਵਾਰਾਂ ਨੂੰ ਦੇਖ ਕੇ ਬਣਾਏ ਜਾਣ ਕਿ ਜਿਹੜਾ ਗਲਤ ਹੈ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ। ਔਰ ਸਾਡੀ ਜਥੇਬੰਦੀ ਇਸ ਗੱਲ ਦੀ ਵੀ ਮੁੱਦਈ ਹੈ ਕਿ NRI ਜਿਹੜੇ ਲਾੜੇ ਵੀ ਕੋਈ ਠੱਗੀ ਕਿਸੇ ਨਾਲ ਮਾਰਦੇ ਆ, ਕਿਸੇ ਨਾਲ ਧੋਖਾ ਕਰਦੇ ਆ, ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ, ਹੋ ਵੀ ਰਹੀ ਆ, ਤੇ ਜਿਹੜੇ ਬੱਚੇ ਉਹ ਵੀ ਸਜ਼ਾ ਦੇ ਦਾਇਰੇ 'ਚ ਲਿਆਓ, ਬਸ਼ਰਤੇ ਲੜਕੀ ਦਾ ਪੱਖ ਸੱਚਾ ਹੋਵੇ। ਔਰ ਇੱਥੇ ਤਾਂ ਸਪਸ਼ਟ ਨਜ਼ਰ ਆ ਰਿਹਾ ਕਿ 25 30 40 50 ਲੱਖ ਦੀ ਟ੍ਰਾਂਜੈਕਸ਼ਨ ਇੱਕ ਨੰਬਰ 'ਚ ਹੁੰਦੀ ਆ ਔਰ ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ। ਔਰ ਮੈਂ ਸਮਝਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਸਮਝਣਾ ਚਾਹੀਦਾ। ਮੈਨੂੰ ਯਾਦ ਆ 4 ਸਾਲ ਪਹਿਲਾਂ ਖਰੜ ਦੇ ਇੱਕ ਡਿਪਟੀ ਸਾਹਿਬ ਨੇ, ਇੱਕ DSP ਨੇ ਆਪਣੀ ਘਰਵਾਲੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ, ਸਾਰੇ ਮੀਡੀਆ 'ਚ ਆਇਆ ਔਰ ਉਹਨੇ ਸੁਸਾਈਡ ਨੋਟ ਵਿੱਚ ਕੀ ਲਿਖਿਆ ਕਿ ਮੇਰੀ ਲਾਸ਼ ਨੂੰ ਮੇਰੀ ਘਰਵਾਲੀ ਵੀ ਹੱਥ ਨਾ ਲਾਵੇ। ਅੱਜ ਕਿੰਨੇ ਪੁਲਿਸ ਮੁਲਾਜ਼ਮ ਹੈ ਜਿਹੜੇ ਇਹਨਾਂ ਝੂਠੇ ਕੇਸਾਂ ਦਾ ਸਾਹਮਣਾ ਕਰ ਰਹੇ ਆ, ਕਿੰਨੇ ਆਰਮੀ ਦੇ ਵਿੱਚ ਪੈਰਾਮਿਲਟਰੀ ਫੋਰਸਾਂ ਵਿੱਚ ਜਿਹੜੇ ਇਹਨਾਂ ਝੂਠੇ ਮੁਕੱਦਮਿਆਂ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਚੁੱਕੇ ਆ। ਸੋ ਇਸ ਕੈਂਡਲ ਮਾਰਚ ਦੇ ਰਾਹੀਂ ਜਿੱਥੇ ਲਵਪ੍ਰੀਤ ਦੀ ਵਿਛੜੀ ਆਤਮਾ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਦੇ ਆ, ਉੱਥੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦੇ ਵਾਸਤੇ ਔਰ ਦੂਜਾ ਪੰਜਾਬ ਸਰਕਾਰ ਨੂੰ ਇਹ ਬੇਨਤੀ ਹੈ ਕਿ ਅਜਿਹੀਆਂ ਠੱਗ ਲਾੜੀਆਂ ਨੂੰ ਦੇ ਵਾਸਤੇ ਕੋਈ ਕਾਨੂੰਨ ਬਣਾਇਆ ਜਾਵੇ, ਉਹਨਾਂ ਦੇ ਪਾਸਪੋਰਟ ਰੱਦ ਕੀਤੇ ਜਾਣ ਔਰ ਉਹਨਾਂ ਨੂੰ ਡਿਪੋਰਟ ਕਰਾਉਣ ਦੇ ਵਾਸਤੇ ਜਿਹੜੇ